ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ। ਮੈਂ ਅਮਰਜੀਤ ਕੌਰ ਦੁਆ ਬੈਂਕਾਕ ਥਾਈਲੈਂਡ ਤੋਂ ਆਪ ਜੀ ਦੇ ਨਾਲ ਜਪਜੀ ਸਾਹਿਬ ਦੀ ਵਿਆਖਿਆ ਸਾਂਝ ਕਰ ਰਹੇ ਹਾਂ ਅਸੀਂ ਇਸ ਇੱਕ ਓਂਕਾਰ ਇੱਕ ਪਰਮਾਤਮਾ ਦੀ ਐਪੀਸੋਡਸ ਵਿੱਚ। ਅਤੇ ਬਹੁਤ ਹੀ ਅੱਛੇ ਗੱਲਾਂ ਆਪ ਜੀ ਦੇ ਨਾਲ ਮੈਨੂੰ ਕਰਨ ਨੂੰ ਮਿਲ ਰਿਹਾ। ਮੈਂ ਕੋਈ ਪ੍ਰੈਪਰੇਸ਼ਨ ਕਰਕੇ ਨਹੀਂ ਆਉਂਦੀ ਤੁਹਾਡੇ ਸਾਹਮਣੇ ਬਹਿਣ ਵਾਸਤੇ। ਉਸ ਅਕਾਲ ਪੁਰਖ ਨੂੰ ਬਸ ਯਾਦ ਕਰਨੀ ਆ, ਉਸ ਦੇ ਸਿਮਰਨ ਵਿੱਚ, ਉਸ ਦੇ ਯੋਗ ਦੇ ਵਿੱਚ, ਉਸ ਦੇ ਨਾਲ ਗੋਬਿੰਦ ਮਿਲਨ ਮਨਾਉਂਦਿਆਂ ਉਹ ਜੋ ਮਨ ਵਿੱਚ ਟਿਕਾ ਰਹੇ ਨੇ, ਉਹ ਜੋ ਮਨ ਵਿੱਚ ਕਢਵਾ ਰਹੇ ਨੇ, ਮੈਂ ਉਹੀਓ ਬੋਲੀ ਜਾ ਰਹੀ ਹਾਂ। ਅਤੇ ਇਹ ਮੇਰੇ ਕਾਣ ਵਾਸਤੇ ਵੀ ਹੈ, ਤੁਹਾਡੇ ਕਾਣ ਵਾਸਤੇ ਹੈ। ਅਤੇ ਅਸੀਂ ਇਨ ਗੱਲਾਂ ਨੂੰ ਮਤਲਬ ਸੁਣ ਕੇ ਅਮਲ ਕਰਨਾ ਹੈ ਅਤੇ ਉਸ ਨੂੰ ਮੰਨਣਾ ਹੈ, ਜਿਉਣਾ ਹੈ ਅਤੇ ਉਸ ਦੀ ਪੰਚ ਵਿੱਚ ਆਉਣਾ ਹੈ। ਉਹ ਪੰਚ ਬਣਨਾ ਹੈ, ਉਸ ਦੀ ਦਰਗਾਹ ਵਿੱਚ ਜਾਣਾ ਹੈ, ਉਸ ਦੀ ਦਰਗਾਹ ਵਿੱਚ ਅਸੀਂ ਆਪਣੇ ਆਪ ਨੂੰ ਫੀਲ ਕਰਨਾ ਹੈ। ਅਤੇ ਅਸੀਂ 20 ਪੌੜੀ 'ਤੇ ਥੋੜ੍ਹੇ ਐਪੀਸੋਡਸ ਕਰ ਰਹੇ ਹਾਂ, 2-3 ਵਾਰੀ, ਕਿਉਂਕਿ ਅਸੀਂ ਅੱਧ ਉੱਤੇ ਜਪਜੀ ਸਾਹਿਬ ਦਾ ਖੋਜ ਕਰ ਬੈਠੇ ਹਾਂ ਅਤੇ ਕਿੰਨਾ ਅਸੀਂ ਹਜ਼ਮ ਕਰ ਚੁੱਕੇ ਹਾਂ, ਕਿੰਨਾ ਅਸੀਂ ਉਸ ਨੂੰ ਚਬਾਇਆ। ਖਾਣਾ ਨੂੰ ਚਬਾਉਣਾ ਪੈਂਦਾ ਹੈ, ਫਿਰ ਹਜ਼ਮ ਕਰਨਾ ਪੈਂਦਾ, ਫਿਰ ਕਿਧਰੇ ਜਾ ਕੇ ਉਹ ਸੈਲਜ਼ ਵਿੱਚ ਕੰਮ ਕਰਦੀ ਹੈ, ਫਿਰ ਜਾ ਕੇ ਸ਼ਕਤੀ ਦਿੰਦੀ ਹੈ ਪੂਰੇ ਸੈਲਜ਼ ਨੂੰ, ਪੂਰੇ ਸਰੀਰ ਨੂੰ। ਇਸੇ ਤਰ੍ਹਾਂ ਅਸੀਂ ਸਿਰਫ ਅੱਗੇ ਟੁਰਨਾ ਨਹੀਂ, ਪੌੜੀਆਂ ਪੜ੍ਹਨਾ ਇਹ ਗੱਲ ਨਹੀਂ ਹੈਗਾ। ਅਸੀਂ ਆਰਾਮ ਨਾਲ ਇੱਕ ਪੌੜੀ ਨੂੰ ਸਮਝ ਰਹੇ ਹਾਂ, ਇੱਕ ਗੱਲ ਨੂੰ ਸਮਝ ਰਹੇ। ਅਤੇ ਜਿੰਨਾ ਚਿਰ ਅਸੀਂ ਇੱਕ ਗੱਲ ਨੂੰ ਕੰਪਲੀਟ ਨਹੀਂ ਕੀਤਾ, ਉਸ ਨੂੰ ਗਹਿਰਾਈ ਵਿੱਚ ਨਹੀਂ ਸਮਝਿਆ, ਆਪਾਂ ਅੱਗੇ ਜਾਣ ਦੀ ਲੋੜ ਹੀ ਨਹੀਂ। ਹੌਲੀ ਹੌਲੀ ਆਪਾਂ ਚਲੇ ਹੀ ਜਾਵਾਂਗੇ। ਪਰ ਇੱਕ ਗੱਲ ਨੂੰ ਮੈਂ ਆਪ ਜੀ ਦੇ ਨਾਲ ਕਲੈਰਿਟੀ ਵਿੱਚ ਸਮਝਾਉਣਾ ਅਤੇ ਸਮਝਣਾ ਚਾਹੁੰਦੀ ਹਾਂ। ਔਰ ਇਹ ਗੱਲ ਜਿਹੜੀ ਅਸੀਂ ਬੋਲਦੇ ਹਾਂ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ, ਬਹੁਤ ਆਸਾਨ ਨਾਲ ਅਸੀਂ ਬੋਲ ਲੈਂਦੇ ਹਾਂ ਅਤੇ ਬਹੁਤ ਆਸਾਨ ਦੇ ਨਾਲ ਅਸੀਂ ਇਸ ਨੂੰ ਜੋ ਮੈਂ ਬੀਜਾ ਉਹ ਮੈਂ ਪਾਇਆ ਬੋਲ ਲੈਂਦੇ ਹਾਂ। ਪਰ ਜੇ ਅਸੀਂ ਇਹ ਬੋਲਿਆ ਤਾਂ ਇਹਦਾ ਮਤਲਬ ਐਵਰੀਥਿੰਗ ਇਜ਼ ਪਰਫੈਕਟ। ਆਪੇ ਬੀਜ ਆਪੇ ਹੀ ਖਾਓ, ਮਤਲਬ ਜੋ ਮੈਂ ਬੀਜਿਆ ਉਹ ਮੈਂ ਪਾਇਆ। ਇਹਦਾ ਮਤਲਬ ਜੇ ਮੈਨੂੰ ਕੋਈ ਗੁੱਸਾ ਕਰ ਰਿਹਾ, ਮੈਨੂੰ ਕੋਈ ਡਾਂਟ ਰਿਹਾ, ਮੇਰਾ ਕਿਸੇ ਨੇ ਚੋਰੀ ਕੀਤਾ ਹੈ, ਮੇਰਾ ਕਿਸੇ ਨੇ ਨੁਕਸਾਨ ਕੀਤਾ ਹੈ, ਮੇਰਾ ਸਰੀਰਕ ਤੌਰ 'ਤੇ ਮੁਝੇ ਦਰਦ ਹੋ ਰਿਹਾ ਹੈ, ਮੁਝੇ ਤਕਲੀਫ ਹੋ ਰਹੀ ਹੈ, ਮੈਨੂੰ ਕੈਂਸਰ ਹੋ ਗਿਆ ਜਾਂ ਬੜੀ ਵੱਡੀ ਬਿਮਾਰੀ ਹੋ ਗਈ, ਜਾਂ ਮੇਰੇ ਮਾਂ ਪਿਓ ਜਾਂ ਮੇਰੇ ਕੋਈ ਰਿਸ਼ਤੇਦਾਰ, ਮੇਰੇ ਕੋਈ ਅਜ਼ੀਜ਼ ਇਸ ਦੁਨੀਆ ਤੋਂ ਚਲੇ, ਜੋ ਮੈਂ ਬੀਜਾ ਸੋ ਮੈਂ ਪਾਇਆ। ਇਹਦਾ ਮਤਲਬ ਇਹ ਜੇ ਮੈਂ ਪਾ ਰਹੀ ਹਾਂ, ਇਹਦਾ ਮਤਲਬ ਇਸ ਦੀ ਬੀਜ ਜ਼ਰੂਰ ਮੈਂ ਹੀ ਬੀਜਿਆ ਹੋਵਾਂਗੀ। ਪਰ ਕੀ ਅਸੀਂ ਕਦੀ ਇਸ ਤਰ੍ਹਾਂ ਸੋਚਿਆ? ਜਦ ਇਹ ਵੱਡੀਆਂ ਗੱਲਾਂ ਸਾਡੇ ਜ਼ਿੰਦਗੀ ਵਿੱਚ ਆਉਂਦੀ ਹੈ, ਔਖੀ ਘੜੀ, ਅਤੇ ਅਸੀਂ ਕਹਿੰਦੇ ਹਾਂ ਅਕਾਲ ਪੁਰਖ ਨੂੰ ਔਖੀ ਘੜੀ ਨਾ ਦੇਖਣ ਦਿਓ, ਮੈਨੂੰ ਸੰਭਾਲ, ਮੈਂ ਔਖੀ ਘੜੀ ਨਹੀਂ ਦੇਖਣਾ। ਦੁੱਖ ਪੰਜਨੀ ਦਾ ਸਾਹਿਬ ਦਾ ਪਾਠ ਅਸੀਂ ਕਰਨੇ ਹਾਂ, ਪਰ ਅਸੀਂ ਸਿਰਫ ਪੜ੍ਹਨੇ ਹਾਂ। ਮਨ ਵਿੱਚ ਹੁੰਦਾ ਕਿ ਔਖੀ ਘੜੀ ਮੈਂ ਨਾ ਦੇਖਾਂ। ਅਸੀਂ ਅਕਾਲ ਪੁਰਖ ਨੂੰ ਯਾਦ ਕਰਨੇ ਹਾਂ, ਇਹ ਸਾਡੀ ਭਲਾ ਵਾਸਤੇ। ਦਿਸ ਇਜ਼ ਅ ਸੈਲਫਿਸ਼ਨੈਸ ਐਂਡ ਇਜ਼ ਅ ਗੁੱਡ ਸੈਲਫਿਸ਼ਨੈਸ, ਕਿਉਂਕਿ ਮੈਂ ਆਪਣੇ ਆਪ ਨੂੰ ਠੀਕ ਕਰਨਾ ਚਾਹੁੰਦੀ ਹਾਂ। ਫਰੀਦਾ ਲੋਕਾ ਆਪੋ ਆਪਣੀ, ਮੈਨੂੰ ਆਪਣੀ ਪਈ, ਸਾਨੂੰ ਆਪਣੀ ਸੰਭਾਲ ਕਰਨੀ ਪਏਗੀ ਤਾਂ ਅਸੀਂ ਲੋਕਾਂ ਨੂੰ ਹੈਲਪ ਕਰਾਂਗੇ। ਪਹਿਲਾਂ ਖੁਦ ਦੀ ਰੱਖਿਆ ਕਰਨਾ ਪਏਗਾ। ਇਸ ਗੱਲ ਨੂੰ ਸਮਝਣਾ ਪਏਗਾ ਗਹਿਰਾਈ ਵਿੱਚ ਕਿ ਜੋ ਵੀ ਹੋ ਰਿਹਾ ਹੈ ਠੀਕ ਹੋ ਰਿਹਾ ਹੈ। ਇਸ ਜ਼ਿੰਦਗੀ ਇਹ ਦੋਨੋਂ ਸੈਂਟੈਂਸਿਸ ਕਨੈਕਟਡ ਨੇ। ਨਾਨਕ ਹੁਕਮੀ ਆਵੋ ਜਾਓ, ਮਤਲਬ ਆਵੋ ਜਾਓ, ਅਸੀਂ ਆਉਣ ਜਾਣ ਦੇ ਵਿੱਚ ਹੁਕਮ ਅਨੁਸਾਰ ਉਸ ਦੀ ਰਜ਼ਾ ਦੇ ਵਿੱਚ ਅਸੀਂ ਆ ਰਹੇ ਹਾਂ, ਜਾ ਰਹੇ ਹਾਂ, ਆ ਰਹੇ ਹਾਂ, ਜਾ ਰਹੇ ਹਾਂ। ਇਹ ਆਤਮਾ ਖੇਡ ਰਹੀ ਹੈ ਅਤੇ ਜੋ ਆਤਮਾ ਬੀਜ ਰਿਹਾ ਖੇਡ ਦੇ ਵਿੱਚ, ਉਹ ਪਾ ਰਿਹਾ ਹੈ ਆਉਣ ਜਾਣ ਦੇ ਵਿੱਚ, ਇੱਕ ਹੀ ਜ਼ਿੰਦਗੀ ਦੇ ਵਿੱਚ ਨਹੀਂ। ਜੇ ਅਸੀਂ ਸਮਝਦੇ ਇਸ ਇੱਕ ਜ਼ਿੰਦਗੀ ਦੀ ਇਸ ਵੇਲੇ ਸਭ ਤੋਂ ਵੱਡੀ ਅਹਿਮੀਅਤ ਹੈਗਾ, ਇਹ ਮੈਂ ਵੀ ਮੰਨਦੀ ਹਾਂ ਅਤੇ ਅਸੀਂ ਸਾਰੇ ਮੰਨਦੇ ਹਾਂ। ਅਤੇ ਇਸ ਇੱਕ ਜ਼ਿੰਦਗੀ ਨੂੰ ਸਫਲ ਪਾਉਣਾ, ਇਹ ਸਾਡੀ ਮਕਸਦ ਹੈ। ਇਸੇ ਜ਼ਿੰਦਗੀ ਦੇ ਵਿੱਚ ਸਭ ਕੁਛ ਪ੍ਰਾਪਤ ਕਰਨਾ ਹੈ, ਰੱਬੀ ਗੁਣ ਬਣਨਾ ਹੈ ਇਸੇ ਜ਼ਿੰਦਗੀ ਦੇ ਵਿੱਚ।
ਪਰ ਅਸੀਂ ਉਸ ਨੂੰ ਡਿਲੀਟ ਅਤੇ ਨਿਗੇਟ ਨਹੀਂ ਕਰ ਸਕਦੇ ਹਾਂ ਕਿ ਪਿਛਲੀ ਜ਼ਿੰਦਗੀ ਵੀ ਹੈਗਾ। ਕਿਉਂ? ਕਿਉਂਕਿ ਫਿਰ ਅਸੀਂ ਕਰਮ ਨੂੰ ਸਮਝਾਂਗੇ। ਜੇ ਕੋਈ ਪੈਦਾ ਹੀ ਹੋਇਆ ਅਪਾਹਿਜ ਜਾਂ ਅੰਧਾ, ਹੁਣ ਉਸ ਵਿਚਾਰੇ ਬੱਚੇ ਦਾ ਕੀ ਪ੍ਰੋਬਲਮ ਹੈ ਜੇ ਇੱਕੋ ਜ਼ਿੰਦਗੀ ਦੇ ਬਲ 'ਤੇ ਅਸੀਂ ਵੇਖਾਂਗੇ ਜਨਮ ਨੂੰ ਇਸ ਬੱਚਿਆਂ ਦਾ ਅਪਾਹਿਜ ਪੈਦਾ ਹੋਣ ਦਾ ਪ੍ਰੋਬਲਮ ਨੂੰ, ਫਿਰ ਅਸੀਂ ਨਹੀਂ ਸਮਝਾਂਗੇ। ਫਿਰ ਅਸੀਂ ਅਕਾਲ ਪੁਰਖ ਨੂੰ ਦੋਸ਼ੀ ਠਹਿਰਾਵਾਂਗੇ ਕਿ ਤੂੰ ਮੇਰਾ ਬੱਚਾ ਜਾਂ ਇਸ ਬੱਚੇ ਨੂੰ ਅਪਾਹਿਜ ਕਿਉਂ ਪੈਦਾ ਕੀਤਾ। ਉਹ ਕਿਉਂ ਕੁਐਸਚਨ ਮਨ ਵਿੱਚ ਸਤਾਏਗੀ ਅਤੇ ਪੂਰੀ ਜ਼ਿੰਦਗੀ ਅਸੀਂ ਰੋਣੇ ਧੋਣੇ ਉਸ ਦੇ ਸਵਾਲ ਕਰਦਿਆਂ ਵਿੱਚ ਫਸ ਜਾਵਾਂਗੇ। ਪਰ ਜਦ ਮੈਂ ਉਸ ਹਾਲਾਤ ਨੂੰ ਵੱਡੀ ਨਜ਼ਰ ਤੋਂ, ਦੂਰ ਤੋਂ, ਆਵੋ ਜਾਓ ਦੀ ਹੁਕਮੀ ਦੀ ਨਜ਼ਰ ਤੋਂ ਵੇਖਾਂਗੇ, ਫਿਰ ਮੈਂ ਸਮਝ ਪਾਵਾਂਗੀ ਕਿ ਇਹ ਸਿਰਫ ਇਸ ਜਨਮ ਦੀ ਨਹੀਂ, ਸ਼ਾਇਦ ਪਿਛਲੇ ਕੋਈ ਜਨਮ ਦੀ ਰਿਜ਼ਲਟ ਹੈ। ਆਪੇ ਬੀਜ ਆਪੇ ਹੀ ਖਾਓ। ਉਸ ਆਤਮਾ ਨੇ ਕੁਛ ਇਹੋ ਜਿਹਾ ਬੀਜਿਆ ਹੋਏਗਾ ਕਿਸੇ ਪਿਛਲੇ ਜਨਮ ਵਿੱਚ ਕਿ ਉਹ ਫਲ ਉਸ ਨੂੰ ਇਸ ਜਨਮ ਵਿੱਚ ਮਿਲ ਰਿਹਾ। ਅਤੇ ਮੈਂ ਕੁਝ ਬੀਜਿਆ ਹੋਇਆ ਹੋਏਗਾ ਪਿਛਲੇ ਜਨਮਾਂ ਵਿੱਚ, ਤਾਂ ਮੈਂ ਉਸਦੀ ਮਾਂ ਬਣੀ ਹਾਂ ਜਾਂ ਉਸਦੀ ਭੈਣ ਜਾਂ ਉਸਦੇ ਰਿਸ਼ਤੇਦਾਰ ਬਣੀ ਹਾਂ ਕਿ ਮੈਂ ਵੀ ਉਸ ਨੂੰ ਸੰਭਾਲਣ ਦੇ ਵਿੱਚ, ਉਸ ਦੇ ਨਾਲ ਜੋ ਔਖੀ ਘੜੀ ਦੇ ਵਿੱਚੋਂ ਉਹ ਨਿਕਲੇਗੀ, ਮੈਂ ਵੀ ਉਸ ਔਖੀ ਘੜੀ ਦੇ ਵਿੱਚ ਉਸ ਦੇ ਨਾਲ ਸ਼ਾਮਿਲ ਹੈ। ਅਸੀਂ ਸਾਰੇ ਇੰਟਰਕਨੈਕਟਿਡ ਹੈ। ਪਰ ਜਿਸ ਦੀ ਜਿੰਨੀ ਗਹਿਰਾਈ ਸੰਬੰਧ, ਜਿੰਨੀ ਜ਼ਿਆਦਾ ਦੁੱਖ ਹੋਗੀ ਉਸ ਹਾਦਸਾ ਦੇ ਨਾਲ, ਓਨਾ ਜ਼ਿਆਦਾ ਉਸਦੀ ਕਰਮ ਹੈਗਾ, ਤਾਂ ਓਨਾ ਜ਼ਿਆਦਾ ਦੁੱਖ ਹੈਗਾ। ਇੱਕਦਮ ਐਕੂਰੇਟ ਹੈ ਕਰਮ। ਜੇ ਕਈ ਵਾਰੀ ਮਾਂ ਹੋਣਦਿਆਂ ਮੈਨੂੰ ਸ਼ਾਇਦ ਇੰਨਾ ਦੁੱਖ ਨਾ ਮਹਿਸੂਸ ਹੋ, ਜਾਂ ਬੱਚਾ ਨੂੰ ਇੰਨਾ ਦੁੱਖ ਸ਼ਾਇਦ ਨਾ ਮਹਿਸੂਸ ਹੋਏ ਜਿੰਨਾ ਮਾਂ ਨੂੰ ਹੁੰਦੀ ਹੈ। ਮੇਰਾ ਇੱਕ ਫਰੈਂਡ ਹੈ, ਉਸਦੀ ਬੇਟੀ ਬਹੁਤ ਛੋਟੀ ਉਮਰ ਵਿੱਚ ਅਪਾਹਿਜ ਹੋ ਗਈ। ਮਤਲਬ ਐਕਸੀਡੈਂਟ ਹੁਆ ਅਤੇ ਨੈਕ ਤੋਂ ਥੱਲੇ ਪੈਰਾਲਾਈਜ਼ਡ ਹੋ ਗਈ। ਬੜੀ ਵੱਡੀ ਹਾਦਸਾ ਹੈ। ਮੇਰੇ ਖਿਆਲ ਉਸਦੀ ਉਮਰ ਸੀ 19 ਸਾਲ ਕੀ 20 ਸਾਲ ਦੀ। ਬੜੀ ਸੋਹਣੀ ਕੁੜੀ ਸੀ ਨਾ। ਮੋਟਰ ਚਲਾਉਣ ਵਾਲਾ ਉਹਦਾ ਮਾਸੜ ਸੀ। ਉਹਦੀ ਮਾਸੜ ਨੂੰ ਕਿੰਨੀ ਦੁੱਖ ਹੋਈ ਹੋਗੀ, ਮੈਂ ਮੋਟਰ ਚਲਾਇਆ ਸੀ ਕਿ ਮੇਰੀ ਨੀਸ ਨੂੰ ਇਸ ਤਰ੍ਹਾਂ ਹੋਇਆ, ਪੈਰਾਲਾਈਜ਼ਡ ਹੋ ਗਈ। ਔਰ ਮਾਂ ਨੂੰ ਕਿੰਨੀ ਤਕਲੀਫ ਹੈ। ਹੁਣ ਕਿੰਨੇ ਸਾਲ ਉਹ ਜੀ ਰਹੇ। ਉਹ ਬੇਟੀ ਨੂੰ ਤੁਸੀਂ ਦੇਖੋਗੇ ਇੰਨੀ ਖੁਸ਼ ਹੈ। ਉਹ ਹੁਣ ਅੱਖਾਂ ਦੇ ਨਾਲ ਉਹ ਟਾਈਪ ਕਰਦੀ ਹੈ, ਅੱਖਾਂ ਦੇ ਨਾਲ। ਇੰਨੀ ਸ਼ੁਕਰ ਹੈ ਉਹ ਵੀ ਮਾਲਕ ਦਾ ਕਿ ਉਸਦੀ ਫੈਮਿਲੀ ਦੇ ਵਿੱਚ ਫਾਈਨੈਂਸ਼ੀਅਲ ਸਟੇਟਸ ਵਗੈਰਾ ਠੀਕ ਹੈ। ਔਰ ਉਹ ਉਸਦੀ ਮਤਲਬ ਜੋ ਉਸਨੇ ਬੀਜਿਆ ਹੋਏ ਉਹ ਪਾ ਰਿਹਾ। ਮਤਲਬ ਥੋੜ੍ਹਾ ਹੈ ਜੋ ਉਸਨੇ ਇਸ ਹਾਦਸਾ ਤੋਂ ਗੁਜ਼ਰਨਾ ਸੀ, ਸਾਰੇ ਵਾਸਤੇ, ਆਸ ਪਾਸ ਵਾਸਤੇ ਉਹ ਲੈਸਨ ਸੀ। ਕੁਛ ਹੈਗਾ ਜਿਹੜਾ ਅਸੀਂ ਪਾਰ ਕਰਨਾ, ਜੋ ਅਸੀਂ ਨਹੀਂ ਸਮਝ ਸਕਦੇ। ਅਸੀਂ ਕਰਮ ਦੀ ਗਹਿਰਾਈ ਨੂੰ ਨਹੀਂ ਸਮਝ ਸਕਦੇ। ਅਸੀਂ ਅੰਤਰਜਾਮੀ ਨਹੀਂ ਹੈਗਾ, ਅਸੀਂ ਅਕਾਲ ਪੁਰਖ ਨਹੀਂ ਹੈਗਾ, ਅਸੀਂ ਉਸ ਦੀ ਗਹਿਰਾਈ ਨੂੰ ਨਹੀਂ ਸਮਝ ਸਕਦੇ। ਪਰ ਇੰਨਾ ਸਮਝ ਸਕਦੇ ਹਾਂ ਕਿ ਜੋ ਹੋ ਰਿਹਾ ਠੀਕ ਹੋ ਰਿਹਾ। ਅਤੇ ਉਹ ਕੁੜੀ ਕਿੰਨੀ ਅੱਛੀ ਤਰ੍ਹਾਂ ਆਪਣੀ ਜ਼ਿੰਦਗੀ ਜੀ ਰਹੀ ਹੈ। ਮਤਲਬ ਸੰਭਾਲ ਕਰ ਰਹੀ ਹੈ। ਉਹ ਵੀਲ ਚੇਅਰ ਉੱਤੇ ਵੀ ਉਹਨਾਂ ਨੇ ਇਸ ਤਰ੍ਹਾਂ ਵੀਲ ਚੇਅਰ ਬਣਾਇਆ ਕਿ ਉਹ ਮਤਲਬ ਸਿਰ, ਮਤਲਬ ਇਹ ਸ਼ੋਲਡਰ ਹੁਣ ਥੋੜ੍ਹਾ ਥੱਲੇ ਸ਼ੋਲਡਰਸ ਤੱਕ ਹਿੱਲਣ ਲੱਗ ਪਈ, ਪਰ ਉਸ ਤੋਂ ਥੱਲੇ ਸਾਰਾ ਅਪਾਹਿਜ। ਮਾਂ ਨੂੰ ਕਈ ਵਾਰੀ ਮੈਂ ਵੇਖਦੀ ਹਾਂ, ਮਾਂ ਇਸ ਗੱਲ ਨੂੰ ਹਾਲੀ ਵੀ ਬਹੁਤ ਦਿਲ 'ਤੇ ਲੈ ਗਈ ਹੈ। ਅਤੇ ਉਹ ਤਾਂ ਅਸੀਂ ਵੀ ਸਮਝਦੇ ਹਾਂ, ਅਸੀਂ ਵੀ ਉਸ ਨੂੰ ਵੇਖ ਕੇ ਮਤਲਬ ਬਹੁਤ ਉਸ 'ਤੇ ਰਹਿਮ ਆਉਂਦੀ ਹੈ। ਅਤੇ ਪਰ ਇੱਥੇ ਸਾਨੂੰ ਕਰਮ ਦਾ ਖੇਡ ਸਮਝਣਾ ਪਏਗਾ। ਅਤੇ ਤੇਰਾ ਪਾਣਾ ਮੀਠਾ ਲਾਗੇ ਦੀ ਗੱਲ ਹੈਗਾ। ਜੋ ਮੈਂ ਬੀਜਾ ਸੋ ਮੈਂ ਪਾਇਆ। ਇਹ ਕੋਈ ਉਸਦੇ ਹੁਕਮ ਤੋਂ ਅਲੱਗ ਗੱਲ ਨਹੀਂ ਹੈ। ਸਾਡੇ ਨਾਲ ਬੀਤੀ ਹੈ ਅਤੇ ਅਸੀਂ ਬੋਲਣ ਵੇਲੇ ਬਹੁਤ ਸੌਖੀ ਹੈ, ਪਰ ਆਪਣਾ ਜ਼ਿੰਦਗੀ ਵਿੱਚ, ਹਰ ਇੱਕ ਦੀ ਜ਼ਿੰਦਗੀ ਵਿੱਚ 1 ਮਿੰਟ ਵਾਸਤੇ ਤੁਸੀਂ ਧਿਆਨ ਕਰਿਓ ਕਿ ਮੇਰੀ ਜ਼ਿੰਦਗੀ ਵਿੱਚ ਇਹੋ ਜਿਹੇ ਕੀ ਹਾਦਸਾ ਹੈ ਜੋ ਇੰਨਾ ਇਸ ਵੇਲੇ ਮੈਨੂੰ ਬਹੁਤ ਤੰਗ ਕਰ ਰਿਹਾ। ਅਤੇ ਜੇ ਉਹ ਤੰਗ ਕਰ ਰਿਹਾ, ਕਬੂਲ ਕਰ ਲਓ
कि जो मैं बीजे वो मैं पा रहा। आपे बीज आपे खाओ। मैं बीजिਆ ਤੇ मैं पा रही हाँ, ਤੇ ਉਸ ਨੂੰ ਹੁਣ ਡਿਲੀਟ ਕਰਨਾ ਉਸ ਕਰਮ ਨੂੰ, ਤਾਂ ਕਿ ਮੈਂ ਉਸ ਦੇ ਵਿੱਚ ਖੁਸ਼ ਰਵਾਂ। ਉਹ ਭਲਾ ਸਿਚੁਏਸ਼ਨ ਚੇਂਜ ਹੋਏ ਨਾ ਹੋਏ, ਮੈਂ ਉਸ ਦੇ ਵਿੱਚ ਖੁਸ਼ ਰਵਾਂ। ਅਤੇ ਯਕੀਨਨ ਜੇ ਤੁਸੀਂ ਉਸ ਬੀਜ ਨੂੰ, ਜੋ ਤੁਸੀਂ ਉਸ ਕਰਮ ਨੂੰ ਰੱਬੀ ਪਿਆਰ ਦੇ ਨਾਲ ਸਮਝੋਗੇ ਔਰ ਕਬੂਲ ਕਰੋਗੇ, ਉਹ ਉਸ ਤੋਂ ਉੱਤੇ ਤੁਸੀਂ ਜ਼ਰੂਰ ਜਾਓਗੇ ਅਤੇ ਆਨੰਦ ਵਿੱਚ ਜ਼ਰੂਰ ਜਾਓਗੇ। ਮਤਲਬ ਉਹ ਰੱਬੀ ਗੁਣ ਜ਼ਰੂਰ ਆਏਗਾ, ਕਿਉਂਕਿ ਉਸ ਦੇ ਹੁਕਮ ਵਿੱਚ ਅਤੇ ਉਸ ਦੇ ਨਾਮ ਦੇ ਨਾਲ ਮਨ ਦੇ ਪਾਪਾਂ ਅਤੇ ਦੁੱਖ ਧੁੱਪੇ ਜਾ ਸਕਦਾ। ਇਹ ਅਸੀਂ ਸੁਣ ਚੁੱਕੇ ਹਾਂ। ਇਸ ਨੂੰ ਯਕੀਨ ਕਰਨਾ ਹੈ। ਹਰ ਇੱਕ ਗੱਲ ਜੋ ਵੀ ਮੇਰੇ ਨਾਲ ਹੋ ਰਿਹਾ, ਜਿੰਨਾ ਵੀ ਭੈੜਾ ਹੋ ਰਿਹਾ ਕਿਸੇ ਦੇ ਨਾਲ ਵੀ, ਅਸੀਂ ਸਾਰੇ ਉਸ ਤੋਂ ਉੱਤੇ ਉੱਠ ਸਕਦੇ ਹਾਂ ਅਤੇ ਪੱਕਾ ਉੱਠ ਸਕਦੇ ਹਾਂ ਉਸ ਦੇ ਹੁਕਮ ਦੇ ਨਾਲ, ਉਸ ਦੇ ਨਾਲ ਜੁੜਨ ਦਾ, ਗੋਬਿੰਦ ਮਿਲਨ ਕਰਨ ਦੇ ਨਾਲ। ਇਸ ਵਾਸਤੇ ਅਵਰ ਕਾਜ ਤੇਰੇ ਕੀਤੇ ਨਾ ਕਾਮ। ਹੋਰ ਅਸੀਂ ਗੱਲਾਂ ਕਰਾਂਗੇ, ਹੋਰ ਅਸੀਂ ਟਾਈਮ ਵੇਸਟ ਕਰਾਂਗੇ, ਪਰ ਅਸੀਂ ਆਪਣੇ ਕਰਮ ਨੂੰ ਦੋਸ਼ ਦਿਆਂਗੇ ਜਾਂ ਕਿਸੇ ਹਾਦਸਾ ਨੂੰ ਪਕੜ ਕੇ ਰੋਵਾਂਗੇ ਪਿੱਟਾਂਗੇ, ਕੋਈ ਫਾਇਦਾ ਨਹੀਂ। ਰੋਣਾ ਧੋਣਾ ਬੰਦ ਕਰੋ, ਅਕਾਲ ਪੁਰਖ ਦੇ ਨਾਲ ਸਿਮਰਨ ਕਰੋ, ਉਸ ਦੀ ਸ਼ਕਤੀ ਲੈ ਕੇ ਆਪਣੇ ਪਾਪ ਨੂੰ ਖ਼ਤਮ ਕਰੋ, ਆਪਣੇ ਕਰਮ ਦੇ ਖਾਤਾ ਨੂੰ ਖ਼ਤਮ ਕਰੋ, ਕਿਉਂਕਿ ਉਹਨਾਂ ਨੇ ਸਾਨੂੰ ਭੇਜਿਆ ਫਸਟ ਕਲਾਸ। ਅਸੀਂ ਜੀ ਕੇ ਜਨਮ ਲੈ ਕੇ ਇਸ ਹੱਦ ਤੱਕ ਪਹੁੰਚ ਗਿਆ ਕਿ ਹੁਣ ਸਾਡੇ ਆਤਮਾ ਕਮਜ਼ੋਰ ਹੋ ਗਈ ਹੈ। ਜਨਮ ਇਸ ਮਤਲਬ ਕਿ ਜਨਮ ਤੋਂ ਕੋਈ ਅਪਾਹਿਜ ਬੱਚਾ ਨੂੰ ਦੇਖ ਕੇ ਸਾਨੂੰ ਇਹ ਗਿਆਨ ਹੋਣੀ ਚਾਹੀਦੀ ਕਿ ਆਪੇ ਬੀਜ ਆਪੇ ਖਾਓ। ਮਤਲਬ ਕਿ ਇਸ ਤੋਂ ਪਿੱਛੇ ਵੀ ਕੋਈ ਜਨਮ ਜ਼ਰੂਰ ਹੈਗਾ, ਨਹੀਂ ਤਾਂ ਕੋਈ ਅਪਾਹਿਜ ਥੋੜ੍ਹਾ ਪੈਦਾ ਹੋਏਗਾ, ਕਿਉਂਕਿ ਅਕਾਲ ਪੁਰਖ ਤੇ ਸਾਰਿਆਂ ਨੂੰ ਇੱਕੋ ਜਿਹੇ ਪਿਆਰ ਕਰਦੇ ਨੇ। ਉਹ ਕਿਉਂ ਕਿਸੇ ਨੂੰ ਅਪਾਹਿਜ ਬਣਾਏਗਾ? ਕਦੀ ਵੀ ਨਹੀਂ। ਉਹਨਾਂ ਨੂੰ ਵੀ ਦੁੱਖ ਹੁੰਦਾ ਜਦੋਂ ਉਹ ਵਿੰਦੇ ਨੇ ਕਿ ਅਸੀਂ ਠੀਕ ਨਹੀਂ ਚੱਲ ਰਹੇ। ਇਸ ਵਾਸਤੇ ਉਹ ਵੀ ਆਪਣੇ ਮਹਾਨ ਆਤਮਾਵਾਂ ਨੂੰ ਭੇਜਦੇ ਨੇ, ਗੁਰੂ ਨਾਨਕ ਵਰਗਾ, ਜੀਸਸ ਵਰਗਾ, ਬੁੱਧਾ ਵਰਗਾ, ਬ੍ਰਹਮਾ ਬਾਬਾ ਵਰਗਾ। ਮਤਲਬ ਕਿ ਜਾਗੋ ਮੋਹਨ ਪਿਆਰੇ ਜਾਗੋ, ਇਹ ਮੇਰੇ ਬੱਚੇ ਜਲਦੀ ਮੈਨੂੰ ਯਾਦ ਕਰ, ਇਹ ਮੇਰੇ ਬੱਚੇ ਮੈਨੂੰ ਯਾਦ ਕਰ, ਕਿਉਂਕਿ ਮੇਰੇ ਵਿੱਚ ਉਹ ਸ਼ਕਤੀ ਹੈਗਾ ਜੋ ਮੈਂ ਤੇਰੇ ਪਾਪ ਨੂੰ, ਤੇਰੇ ਕਰਮ ਨੂੰ ਮੈਂ ਕੱਟ ਸਕਦਾ ਵਾਂ। ਮੈਨੂੰ ਆ ਕੇ ਮਿਲ, ਮੈਨੂੰ ਯਾਦ ਕਰ, ਮੇਰੇ ਦਰਗਾਹ ਵਿੱਚ ਆ, ਮੇਰੇ ਦਰਬਾਰ ਵਿੱਚ ਆ, ਮੇਰੇ ਕੋਲ ਬਹਿ। ਕਿਵ ਸੱਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਆਪਣੇ ਝੂਠੀ ਸਮਝ ਨੂੰ ਤੋਂ ਉੱਤੇ ਚੜ੍ਹ, ਜੋ ਤੈਨੂੰ ਪਹਿਲਾਂ ਸਿਖਾਇਆ ਗਿਆ ਸੀ ਕਿ ਜੋ ਵੀ ਤੂੰ ਸਮਝ ਰਿਹਾ ਸੀ ਕਿ ਉਹ ਗਲਤ ਹੈ, ਇਹ ਗਲਤ ਹੈ, ਉਹ ਗਲਤ ਹੈ, ਇਹਦੀ ਗਲਤੀ ਹੈ, ਉਹ ਸਾਰਾ ਕੁਝ ਛੱਡ। ਕਿਸੇ ਦੀ ਗਲਤੀ ਨਹੀਂ, ਕਿਸੇ ਦੀ ਕੋਈ ਪ੍ਰੋਬਲਮ ਨਹੀਂ। ਸਭ ਜਿਸ ਤਰ੍ਹਾਂ ਮੈਂ ਬੀਜਿਆ ਉਸ ਤਰ੍ਹਾਂ ਮੈਂ ਪਾ ਰਿਹਾ। ਇਹ ਕਰਮ ਦਾ ਖਾਤਾ ਚੱਲ ਰਿਹਾ ਅਤੇ ਅਸੀਂ ਖੇਡਦੇ ਸਾਨੂੰ ਤਾਂ ਨਹੀਂ ਯਾਦ ਨਾ ਪਿਛਲੇ ਜਨਮ ਵਿੱਚ ਸਾਡੇ ਕੀ ਖਾਤਾ ਸੀ। ਉਸ ਤੋਂ ਪਿਛਲੇ ਜਨਮ, ਉਸ ਤੋਂ ਪਿਛਲੇ ਜਨਮ 84 ਜਨਮ ਲੈ ਬੈਠਿਆ ਸੀ, ਜਾਂ ਉਸ ਤੋਂ ਥੋੜ੍ਹਾ ਘੱਟ। ਪਰ ਇੰਨੇ ਜਨਮ ਵਿੱਚ ਤੁਹਾਡਾ ਕੀ ਖਿਆਲ ਹੈ? ਕਿੰਨੇ ਕੁ ਤੁਸੀਂ ਚੰਗੇ ਹੋ? ਕਿੰਨੇ ਅਵਗੁਣ ਕੀਤੇ ਹੋਣਗੇ? ਕਿੰਨੇ ਪਾਪ ਕੀਤੇ ਹੋਣਗੇ? ਐਸੀ ਜ਼ਿੰਦਗੀ ਵਿੱਚ ਜਦੋਂ ਅਸੀਂ ਅਵੇਕ ਹੁੰਦੇ ਹਾਂ, ਅਵੇਅਰ ਹੁੰਦੇ ਹਾਂ, ਸਾਨੂੰ ਇੱਕ ਇੱਕ ਬਾਰੀਕੀ ਕਮਜ਼ੋਰੀ ਨਜ਼ਰ ਆਉਂਦੀ ਹੈ। ਅਸੀਂ ਭਲਾ ਕਿਸੇ ਨੂੰ ਦੱਸੀਏ ਨਾ ਦੱਸੀਏ। ਜਦ ਆਪਾਂ ਅਕਾਲ ਪੁਰਖ ਨੂੰ ਮਿਲਦੇ ਹਾਂ ਮਨ ਵਿੱਚ ਅਤੇ ਸਿਮਰਨ ਕਰਦੇ ਹਾਂ ਅਤੇ ਯੋਗ ਕਰਦੇ ਹਾਂ, ਗੋਬਿੰਦ ਮਿਲਨ ਕਰਦੇ ਹਾਂ, ਜ਼ਰੂਰ ਸਾਨੂੰ ਫਿਰ ਉਹ ਟੱਚਿੰਗ ਦਿੰਦਾ ਕਿ ਇਹ ਧੀ ਮੇਰੀ, ਇਹ ਤੇਰਾ ਇਹ ਗਲਤੀ ਹੈ, ਇਹ ਗਲਤੀ ਹੈ, ਇਹ ਗਲਤੀ ਹੈ। ਔਰ ਉਸ ਵੇਲੇ ਸਾਨੂੰ ਗਲਤੀ ਦੇਖਣ ਦੇ ਵਿੱਚ ਦੁੱਖ ਨਹੀਂ ਹੋਏਗਾ। ਉਸ ਵੇਲੇ ਸਾਨੂੰ ਆਪਣੀ ਗਲਤੀ ਦੇਖਣ ਵਿੱਚ ਬਲਕਿ ਖੁਸ਼ੀ ਹੋਏਗੀ, ਕਿਉਂਕਿ ਮੈਂ ਦੇਖ ਲਿਆ, ਹੁਣ ਮੈਂ ਮਿਟਾ ਸਕਦੀ ਹਾਂ। ਉਹ ਮੇਰੀ ਇਹ ਗਲਤੀ ਸੀ, ਉਹ ਮੇਰੀ ਇਹ ਇਰੀਟੇਸ਼ਨ, ਥੋੜ੍ਹਾ ਜਿਹਾ ਇਰੀਟੇਟਿਡ ਮੈਂ ਹੋਈ ਸਾਂ। ਅਕਾਲ ਪੁਰਖ ਨੂੰ ਮਿਲ ਕੇ ਉਹ ਇਰੀਟੇਸ਼ਨ ਦੇਣਾ, ਉਹ ਗੁੱਸਾ ਦੇਣਾ, ਉਹ ਭੈੜਾ ਖਿਆਲ ਜੋ ਮੇਰੇ ਮਨ ਵਿੱਚ ਆਇਆ ਉਹ ਦੇਣਾ,
ਉਹ ਨੈਗੇਟਿਵ એનર્ਜੀ ਜੋ ਮੈਂ ਕਿਸੇ ਵਾਸਤੇ ਫੀਲ ਕਰ ਰਹੀ ਸਾਂ, ਉਹ ਦੇਣਾ, ਅਕਾਲ ਪੁਰਖ ਨੂੰ ਦੇਣਾ, ਉੱਥੇ ਜਾ ਕੇ ਦੇਣਾ, ਪਰਮ ਧਾਮ ਮੂਲ ਵਤਨ ਵਿੱਚ, ਜਿੱਥੇ ਅਸੀਂ ਦੇ ਕੇ ਉਹ ਦਾ ਅੰਸ਼ ਵੀ ਸਾਨੂੰ ਵਾਪਸ ਨਾ ਲੱਗੇ। ਉਹ ਕਰਮ ਦੇ ਖਾਤਾ ਤੋਂ ਉੱਤੇ ਜਾ ਕੇ ਦੇ ਰਹੇ ਹਾਂ। ਜੇ ਅਸੀਂ ਆਪਣੇ ਗਲਤੀਆਂ ਅਤੇ ਆਪਣੇ ਨੈਗੇਟਿਵਿਟੀਜ਼ ਕਿਸੇ ਨਾਲ ਸਾਂਝ ਕਰਾਂਗੇ, ਉਹ ਕੀ ਗੱਲ ਹੈ ਕਿ ਅਸੀਂ ਆਪਣੇ ਗੰਦਗੀ ਨੂੰ ਇਸ ਦੁਨੀਆ ਵਿੱਚ ਫੈਲਾ ਰਹੇ ਹਾਂ। ਆਪਣੀ ਗਲਤੀ ਭਾਵੇਂ ਅਸੀਂ ਦੱਸੀਏ, ਕਿਸੇ ਨੂੰ ਦੱਸਿਆ ਮਤਲਬ ਅਸੀਂ ਉਹ ਨੈਗੇਟਿਵ ਐਨਰਜੀ ਉਸ ਨੂੰ ਦੇ ਦਿੱਤਾ, ਕਰਮ ਬਣ ਗਿਆ। ਸ਼ਾਇਦ ਅਸੀਂ ਆਪਣਾ ਦਿਲ ਨੂੰ ਹਲਕਾ ਕੀਤਾ, ਪਰ ਉਸ ਨੇ ਲੈ ਲਿਆ, ਉਸ ਨੂੰ ਮੇਰੇ ਵਾਸਤੇ ਫੀਲ ਹੋ ਗਿਆ, ਦੁੱਖ ਹੋ ਗਏ, ਉਹ ਫਿਰ ਤੂੰ ਹੋਰ ਦੁਖੀ ਹੋਏਗੀ ਕਿਉਂਕਿ ਤੂੰ ਕਿਸੇ ਨੂੰ ਦੁੱਖ ਦੇ ਦਿੱਤਾ। ਇਸ ਵਾਸਤੇ ਜੇ ਕਿਸੇ ਨੂੰ ਕੁਝ ਦੱਸਣਾ, ਐਗਜ਼ਾਮਪਲ ਦੇ ਤੌਰ 'ਤੇ ਅਕਾਲ ਪੁਰਖ ਨੂੰ ਮਨ ਵਿੱਚ ਰੱਖਦਿਆਂ, ਐਗਜ਼ਾਮਪਲ ਦੇ ਤੌਰ 'ਤੇ ਹੁਣ ਮੈਂ ਤੁਹਾਨੂੰ ਆਪਣੀ ਫਰੈਂਡ ਦੀ ਬੇਟੀ ਦੀ ਅਵਸਥਾ ਸੁਣਾਈ ਹੈ। ਸੁਣਾਉਣ ਵੇਲੇ ਕਿਉਂਕਿ ਮੈਂ ਅਕਾਲ ਪੁਰਖ ਦੇ ਨਾਲ ਇਸ ਵੇਲੇ 'ਤੇ ਜੁੜੀ ਆ, ਮੈਨੂੰ ਉਹ ਇੰਨਾ ਫੀਲ ਨਹੀਂ ਹੋਇਆ ਆਪਣੇ ਵਾਸਤੇ, ਪਰ ਉਹਨਾਂ ਵਾਸਤੇ ਫੀਲ ਹੋਇਆ। ਪਰ ਮਤਲਬ ਕਿ ਅਲੱਗ ਦੇਖ ਪਾ ਰਹੇ ਕਿਉਂਕਿ ਅਸੀਂ ਕਰਮ ਦੇ ਉੱਤੇ ਗੌਰ ਕਰੇ, ਜੈਸੇ ਆਪੇ ਬੀਜ ਆਪੇ ਖਾਓ ਦੇ ਉੱਤੇ ਅਸੀਂ ਗੌਰ ਕਰ ਰਹੇ ਹਾਂ। ਅਤੇ ਇਸ ਵਾਸਤੇ ਉਹ ਮੈਂ ਆਪਣੇ ਅੰਦਰ ਨਹੀਂ ਲਿਆ ਉਹ ਗੱਲ। ਇਸੇ ਤਰ੍ਹਾਂ ਜ਼ਿੰਦਗੀ ਵਿੱਚ ਜਿਉਂਦੇ ਅਸੀਂ ਆਪਣੇ ਅੰਦਰ ਉਹ ਇਹ ਰਿਕਾਰਡਿੰਗ ਨੂੰ ਪੌਜ਼ ਕਰਨੀ ਪਏਗੀ, ਅਕਾਲ ਪੁਰਖ ਨੂੰ ਮਿਲ ਕੇ ਪੌਜ਼, ਕਿ ਉਹ ਕੋਈ ਨੈਗੇਟਿਵ ਚੱਲ ਰਿਹਾ ਮੇਰੇ ਅੰਦਰ ਨਾ ਚਲੇ ਜਾਏ। ਕਿਉਂਕਿ ਇਹ ਅੱਖ ਹੈ, ਜਿਵੇਂ ਅੱਖਾਂ ਦੇਖਦੀ ਹੈ ਨਾ ਗਲਤੀਆਂ, ਇਹ ਅੱਖ ਰਾਹੀਂ ਉਸ ਅੱਖ ਤੱਕ ਪਹੁੰਚਦੀ ਹੈ ਗੱਲ, ਅਤੇ ਉਹ ਸੰਸਕਾਰ ਬਣ ਜਾਂਦਾ ਹੈ, ਸਾਡੇ ਪਰਸਨੈਲਿਟੀ ਬਣ ਜਾਂਦਾ ਹੈ, ਸਾਡੇ ਕੈਰੈਕਟਰ ਬਣ ਜਾਂਦਾ ਹੈ। ਕਿਸੇ ਨੇ ਆਪਣੇ ਬੁਰਾ, ਅਸੀਂ ਕਿਸੇ ਦੇ ਦੁੱਖ ਭਰੀ ਕਹਾਣੀਆਂ ਸੁਣਦੇ ਹਾਂ ਨਾ, ਡਰਾਮਾ ਹੀ ਸਹੀ, TV ਵਿੱਚ ਇੰਨਾ ਕੁਝ ਅਸੀਂ ਹਲਚਲ ਵਹਿੰਦੇ ਹਾਂ, ਉਹ ਸਾਰਾ ਨੈਗੇਟਿਵਿਟੀ, ਸਾਰਾ ਪ੍ਰੋਬਲਮ ਮੇਰੇ ਮਨ ਵਿੱਚ ਚਲਾ ਗਿਆ। ਮੈਂ ਚਾਹੂੰ ਨਾ ਚਾਹੂੰ ਅਨਅਵੇਅਰਨੈਸ ਵਿੱਚ ਅਨਕੌਂਸ਼ੀਅਸਲੀ ਸਬਕੌਂਸ਼ੀਅਸਲੀ ਚਲਾ ਗਿਆ। ਕਿਉਂਕਿ ਮੈਂ ਰਿਕਾਰਡਰ ਨੂੰ ਪੌਜ਼ ਨਹੀਂ ਕੀਤਾ, ਉਹ ਚਲਾ ਗਿਆ ਅੰਦਰ, ਕਰਮ ਨੇ ਜਿਸ ਬੀਜਾ, ਤੁਸੀਂ ਬੀਜ ਪਾਇਆ, ਫਲ ਤਾਂ ਨਿਕਲੇਗਾ। ਫਿਰ ਉਹ ਜੋ ਆਊਟਪੁੱਟ 'ਤੇ ਹੋਏਗਾ, ਜੋ ਕੰਪਿਊਟਰ ਦੇ ਵਿੱਚ ਤੁਸੀਂ ਇਨਪੁੱਟ ਕਰਦੇ ਹੋ, ਉਹ ਅੰਦਰ ਚਲਾ ਗਿਆ, ਉਹ ਤਾਂ ਫਿਰ ਨਿਕਲੇਗੀ। ਫਿਰ ਅਸੀਂ ਤੜਫਨੇ ਹਾਂ, ਕਹਿੰਦੇ ਹਾਂ ਕਿ ਮੈਂ ਕੀ ਕੀਤਾ, ਪਤਾ ਨਹੀਂ, ਕਿਉਂਕਿ ਮੈਂ ਉਹ ਜਿਹਾ ਸੀਨਸ ਦੇਖ ਰਹੀ ਹਾਂ ਡਰਾਮਾ ਰਾਹੀਂ। ਸ਼ਾਇਦ ਕਈ ਵਾਰੀ ਅਸੀਂ ਇੰਨੇ ਡਰਾਮਾ ਵੇਖਦੇ ਹਾਂ, ਉਹ ਡਰਾਮਾ ਦੇ ਵਿੱਚ ਇੰਨਾ ਨੈਗੇਟਿਵ ਐਨਰਜੀ ਹੈ, ਫੋਨ ਦੇ ਵਿੱਚ ਇੰਨਾ ਕਈ ਵਾਰੀ ਨੈਗੇਟਿਵ ਐਨਰਜੀ ਹੈ, ਨੈਗੇਟਿਵ ਖਬਰ ਹੈ, ਨਿਊਜ਼ਪੇਪਰ ਦੇ ਵਿੱਚ, ਉਹ ਸਾਰਾ ਕੁਝ ਹੀ ਅਸੀਂ ਆਪਣੇ ਅੰਦਰ ਲੈ ਲਿਆ। ਅਤੇ ਅਸੀਂ ਕਹਿ ਰਹੇ ਹਾਂ ਕਿ ਮੈਂ ਖੁਸ਼ ਕਿਉਂ ਨਹੀਂ ਹਾਂ। ਅਰੇ ਖੁਸ਼ੀ ਦੀਆਂ ਚੀਜ਼ਾਂ ਵੇਖਿਆ ਨਹੀਂ, ਸਮੇਟਿਆ ਨਹੀਂ, ਅਤੇ ਫਿਰ ਜੈਸੇ ਬੀਜਿਆ ਉਸ ਤਰ੍ਹਾਂ ਤੁਸੀਂ ਪਾਓਗੇ। ਇਹ ਹੁਕਮ ਦੇ ਵਿੱਚ ਚੱਲ ਰਿਹਾ। ਫਿਰ ਆਪਾਂ ਅਗਲੇ ਕੜੀ ਵਿੱਚ ਕਰਮ ਦੇ ਉੱਤੇ ਫਿਰ ਗੌਰ ਕਰਾਂਗੇ। ਕਰਮ ਦਾ ਚੈਪਟਰ ਬਹੁਤ ਗਹਿਰਾ ਹੈ ਔਰ ਬਹੁਤ ਕੁਝ ਸਮਝਣੇ ਵਾਲੀ ਹੈ। ਅਤੇ ਆਓ ਆਪ ਜੀ ਦਾ ਥੈਂਕ ਯੂ। ਅਤੇ ਅਗਲੀ ਐਪੀਸੋਡ ਇੱਕ ਓਂਕਾਰ ਇੱਕ ਪਰਮਾਤਮਾ ਰਲ ਮਿਲ ਕੇ ਫਿਰ ਆਪਾਂ ਸਤਸੰਗ ਕਰਾਂਗੇ। ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ।